गुड मॉर्निंग विद्यार्थियों। मैं शैलेश कुमार मैथ टीचर। ਅੱਜ ਅਸੀਂ ਆਪਣੇ ਚੈਨਲ ਥਿੰਕ ਮੈਥ ਵਿਦ ਸ਼ੈਲੇਸ਼ ਦੇ ਉੱਤੇ ਮੈਥ ਦਾ ਇੱਕ ਨਵਾਂ ਚੈਪਟਰ ਸਿੱਖਾਂਗੇ ਜਿਸ ਦਾ ਨਾਮ ਹੈ ਸੈੱਟ। ਇਸ ਚੈਪਟਰ ਨੂੰ ਸਿੱਖਣ ਤੋਂ ਪਹਿਲਾਂ ਅਸੀਂ ਇੱਕ ਗਤੀਵਿਧੀ ਜਾਂ ਜਿਸ ਨੂੰ ਕਹੀਏ ਐਕਟੀਵਿਟੀ ਕਰਾਂਗੇ ਜੋ ਕਿ ਸਾਡੀਆਂ ਆਲੇ ਦੁਆਲੇ ਦੀਆਂ ਚੀਜ਼ਾਂ ਤੋਂ ਹੀ ਬਣਾਈ ਗਈ ਹੈ। ਇਹ ਗਤੀਵਿਧੀ ਤੁਹਾਨੂੰ ਸੈੱਟ ਦੇ ਬਾਰੇ ਕਾਫੀ ਕੁਝ ਜਾਣਕਾਰੀ ਦੇਵੇਗੀ ਬਿਨਾਂ ਕੋਈ ਵੀ ਪ੍ਰਸ਼ਨ ਹੱਲ ਕੀਤੇ, ਕਿਉਂਕਿ ਜਦੋਂ ਤੁਸੀਂ ਐਕਟੀਵਿਟੀ ਕਰਕੇ ਸੈੱਟ ਚੈਪਟਰ ਦੇ ਉੱਤੇ ਜਾਵੋਗੇ ਤਾਂ ਤੁਹਾਨੂੰ ਬਹੁਤ ਸਾਰੇ ਕਨਸੈਪਟ ਅਤੇ ਟਰਮਾਂ ਦੇ ਜਾਣਕਾਰੀ ਪਹਿਲਾਂ ਤੋਂ ਹੀ ਹੋਵੇਗੀ ਜੋ ਤੁਹਾਨੂੰ ਸਵਾਲ ਹੱਲ ਕਰਨ ਵਿੱਚ ਪੂਰੀ ਤਰ੍ਹਾਂ ਮਦਦ ਕਰੇਗੀ। ਸਟੂਡੈਂਟ, ਇਸ ਚੈਪਟਰ ਸੈੱਟ ਦੀ ਐਕਟੀਵਿਟੀ ਨੂੰ ਵੀਡੀਓ ਦੇ ਅੰਤ ਤੱਕ ਦੇਖੋ ਅਤੇ ਇਸ ਚੈਨਲ ਨੂੰ ਸਬਸਕ੍ਰਾਈਬ ਕਰੋ ਕੁਝ ਨਵਾਂ ਅਤੇ ਅਲੱਗ ਸਿੱਖਣ ਲਈ। ਪਿਆਰੇ ਵਿਦਿਆਰਥੀਓ, ਇਹ ਬਣਤਰ ਜੋ ਤੁਹਾਨੂੰ ਦਿਖ ਰਹੀ ਹੈ ਇਸ ਨੂੰ ਗੌਰ ਨਾਲ ਦੇਖੋ ਤੇ ਇਸ ਬਣਤਰ ਨੂੰ ਅਸੀਂ ਸਮੂਹ ਕਹਿੰਦੇ ਹਾਂ। ਸਮੂਹ ਜਿਸ ਨੂੰ ਕਿ ਅੰਗਰੇਜ਼ੀ ਵਿੱਚ ਸੈੱਟ ਕਿਹਾ ਜਾਂਦਾ ਹੈ ਦੀ ਇਹ ਪਿਕਚਰ, ਇਹ ਇਮੇਜ ਤੁਹਾਡੇ ਸਾਹਮਣੇ ਪੇਸ਼ ਕੀਤੀ ਗਈ ਹੈ। ਇਸ ਇਮੇਜ ਦੇ ਵਿੱਚ ਤੁਸੀਂ ਦੇਖੋਗੇ ਕਿ ਇੱਕ ਅੰਗਰੇਜ਼ੀ ਵਰਣਮਾਲਾ ਦਾ ਅੱਖਰ F ਲਿਖਿਆ ਹੋਇਆ ਹੈ ਅਤੇ ਦੋ ਬ੍ਰੈਕਟਾਂ ਹਨ। ਬ੍ਰੈਕਟਾਂ ਦੇ ਵਿੱਚ 4 ਫੁੱਲ ਪਏ ਹਨ। ਇਹ ਚਾਰੋਂ ਫੁੱਲ ਅਲੱਗ-ਅਲੱਗ ਕਿਸਮ ਦੇ ਹਨ ਅਤੇ ਇਹਨਾਂ ਸਾਰਿਆਂ ਨੂੰ ਕੋਮਿਆਂ ਰਾਹੀਂ ਵੱਖੋ-ਵੱਖ ਕੀਤਾ ਗਿਆ ਹੈ। ਵੱਖੋ-ਵੱਖ ਹੋਣ ਦੇ ਬਾਵਜੂਦ ਵੀ ਇਹਨਾਂ ਦਾ ਇਹ ਗਰੁੱਪ ਇੱਕ ਬ੍ਰੈਕਟ ਦੇ ਵਿੱਚ ਬੰਦ ਹੈ ਅਤੇ ਇਸ ਨੂੰ ਅੰਗਰੇਜ਼ੀ ਵਰਣਮਾਲਾ ਦੇ ਅੱਖਰ F ਦਾ ਨਾਮ ਦੇ ਦਿੱਤਾ ਗਿਆ ਹੈ। ਤਾਂ ਜਦੋਂ ਵੀ ਸਾਡੇ ਕੋਲ ਇਸ ਤਰ੍ਹਾਂ ਕੁਝ ਅਲੱਗ-ਅਲੱਗ ਮੈਂਬਰਾਂ ਨੂੰ ਬ੍ਰੈਕਟ ਦੇ ਵਿੱਚ ਰੱਖ ਕੇ ਵੱਖੋ ਵੱਖਰੇ ਤੌਰ ਦੇ ਉੱਤੇ ਪੇਸ਼ ਕੀਤਾ ਜਾਂਦਾ ਹੈ ਤਾਂ ਉਸ ਨੂੰ ਅਸੀਂ ਸਮੂਹ ਕਹਿੰਦੇ ਹਾਂ ਅਤੇ ਉਸ ਸਮੂਹ ਦਾ ਨਾਮ ਹਮੇਸ਼ਾ ਅੰਗਰੇਜ਼ੀ ਵਰਣਮਾਲਾ ਦੇ ਵੱਡੇ ਅੱਖਰ ਦੇ ਰੂਪ ਵਿੱਚ ਦਰਸਾਇਆ ਜਾਂਦਾ ਹੈ। ਜੇਕਰ ਅਸੀਂ ਜਿਹੜੇ ਇਸ ਦੇ ਮੈਂਬਰ ਹਨ ਉਹਨਾਂ ਨੂੰ ਬ੍ਰੈਕਟਾਂ ਵਿੱਚ ਰੱਖਣ ਤੋਂ ਬਾਅਦ ਪਹਿਲਾ, ਦੂਜਾ, ਤੀਜਾ ਅਤੇ ਚੌਥੇ ਦੇ ਰੂਪ ਵਿੱਚ ਦੇਖੀਏ ਤਾਂ ਉਹ ਸਭ ਦੇ ਸਭ ਵੱਖੋ ਵੱਖ ਹੀ ਹੁੰਦੇ ਹਨ। ਇੱਕ ਖਾਸ ਗੱਲ ਹੋਰ ਹੈ, ਜੋ ਮੈਂਬਰ ਬ੍ਰੈਕਟ ਦੇ ਵਿੱਚ ਪਏ ਹਨ ਉਹ ਸਾਰੇ ਇੱਕੋ ਸ਼੍ਰੇਣੀ ਦੇ ਨਾਲ ਸੰਬੰਧ ਰੱਖਦੇ ਹਨ। ਤਾਂ ਇਸ ਤੋਂ ਸਾਨੂੰ ਇਹ ਪਤਾ ਲੱਗ ਜਾਂਦਾ ਹੈ ਕਿ ਇਹ ਸਮੂਹ ਹੈ। ਇੱਕ ਸਮੂਹ ਦੇ ਵਿੱਚ ਕੋਈ ਵੀ ਮੈਂਬਰ ਦੁਬਾਰਾ ਨਹੀਂ ਆਉਂਦਾ। ਉਰੇ ਤੁਸੀਂ ਦੇਖਿਆ ਮੈਂ ਦੋ ਫੁੱਲ ਚੱਕ ਕੇ ਉਹਨਾਂ ਦੀ ਥਾਂ ਦੇ ਉੱਤੇ ਪੱਤੇ ਰੱਖ ਦਿੱਤੇ ਹਨ। ਹੁਣ ਤੁਸੀਂ ਦੇਖ ਰਹੇ ਹੋ ਕਿ ਇਹਨਾਂ ਬ੍ਰੈਕਟਾਂ ਦੇ ਵਿੱਚ 2 ਸ਼੍ਰੇਣੀਆਂ ਆ ਗਈਆਂ ਹਨ। 2 ਫੁੱਲ ਪਏ ਨੇ ਤੇ 2 ਪੱਤੇ ਪਏ ਨੇ। ਤਾਂ ਮਤਲਬ ਜੇਕਰ ਅਜਿਹੀ ਸਥਿਤੀ ਹੋਵੇਗੀ ਤਾਂ ਅਸੀਂ ਇਸ ਨੂੰ ਸਮੂਹ ਨਹੀਂ ਕਵਾਂਗੇ। ਇੱਕ ਸਮੂਹ ਦੇ ਵਿੱਚ ਸਿਰਫ ਇੱਕ ਤਰ੍ਹਾਂ ਦੀ ਸ਼੍ਰੇਣੀ ਦੇ ਮੈਂਬਰ ਹੀ ਹੋਣੇ ਚਾਹੀਦੇ ਹਨ। ਜਿਵੇਂ ਕਿ ਸ਼ੁਰੂਆਤੀ ਤੌਰ ਦੇ ਵਿੱਚ ਤੁਸੀਂ ਦੇਖਿਆ ਸੀ ਕਿ ਸਿਰਫ ਫੁੱਲ ਹੀ ਸਨ ਤੇ ਉਹ ਸਾਰੇ ਫੁੱਲ ਵੀ ਅਲੱਗ-ਅਲੱਗ ਕਿਸਮ ਦੇ ਸਨ। ਤਾਂ ਇਸ ਤੋਂ ਅਸੀਂ ਇਹ ਜਾਣਦੇ ਹਾਂ ਕਿ ਇੱਕ ਸਮੂਹ ਦੇ ਵਿੱਚ ਇੱਕ ਹੀ ਸ਼੍ਰੇਣੀ ਦੇ ਵੱਖੋ ਵੱਖ ਮੈਂਬਰ ਹੁੰਦੇ ਹਨ ਜਿਨ੍ਹਾਂ ਨੂੰ ਕਿ ਕੋਮਿਆਂ ਰਾਹੀਂ ਅਲੱਗ-ਅਲੱਗ ਕੀਤਾ ਜਾਂਦਾ ਹੈ। ਇਸ ਤੋਂ ਬਾਅਦ ਇਹ ਜੋ ਤੁਸੀਂ ਦੇਖ ਰਹੇ ਹੋ, ਜਿਹੜਾ ਦੂਜਾ ਮੈਂਬਰ ਹੈ ਅਤੇ ਚੌਥਾ ਮੈਂਬਰ ਹੈ ਉਹ ਦੋਨੋਂ ਇੱਕੋ ਤਰ੍ਹਾਂ ਦੇ ਫੁੱਲ ਦੇਖਣ ਨੂੰ ਮਿਲ ਰਹੇ ਹਨ। ਪਰ ਇਹ ਸੈੱਟ ਦੀ ਸਹੀ ਉਦਾਹਰਨ ਨਹੀਂ ਹੈ ਕਿਉਂਕਿ ਸਮੂਹ ਦੇ ਵਿੱਚ ਹਰ ਇੱਕ ਮੈਂਬਰ ਸਿਰਫ ਇੱਕ ਵਾਰ ਹੀ ਆਉਂਦਾ ਹੈ, ਦੁਬਾਰਾ ਨਹੀਂ ਆਉਂਦਾ। ਇਸ ਕਰਕੇ ਇਹ ਵੀ ਸਮੂਹ ਨਹੀਂ ਹੈ। ਇਸ ਨੂੰ ਸਮੂਹ ਬਣਾਉਣ ਲਈ ਮੈਨੂੰ ਉਸ ਮੈਂਬਰ ਨੂੰ ਹਟਾਉਣਾ ਪਵੇਗਾ ਤਾਂ ਜੋ ਹਰ ਇੱਕ ਮੈਂਬਰ ਦੀ ਉਪਸਥਿਤੀ ਜਿਹੜੀ ਹੈ ਸਮੂਹ ਦੇ ਵਿੱਚ ਬ੍ਰੈਕਟਾਂ ਦੇ ਅੰਦਰ ਸਿਰਫ ਇੱਕੋ ਵਾਰ ਹੋਵੇ, ਕਿਉਂਕਿ ਬਾਰ-ਬਾਰ ਹੋਣ ਨਾਲ ਉਹ ਸਮੂਹ ਨਹੀਂ ਕਹਿਲਾਉਂਦਾ। ਤਾਂ ਸਟੂਡੈਂਟ, ਇਸ ਗੱਲ ਤੋਂ ਤੁਸੀਂ ਅੱਜ ਜਾਣੂ ਹੋ ਗਏ ਹੋ ਕਿ ਸਮੂਹ ਕੀ ਹੁੰਦਾ ਹੈ ਤੇ ਸਹੀ ਸਮੂਹ ਦੀ ਪਰਿਭਾਸ਼ਾ ਕੀ ਹੈ। ਆਹ ਪਿਕਚਰ ਜਿਹੜੀ ਤੁਹਾਡੇ ਸਾਹਮਣੇ ਆ ਗਈ ਹੈ ਜਿਸ ਦੇ ਵਿੱਚ ਚਾਰੋਂ ਫੁੱਲ ਅਲੱਗ-ਅਲੱਗ ਤਰ੍ਹਾਂ ਦੇ ਹਨ ਤੇ ਇੱਕੋ ਸ਼੍ਰੇਣੀ ਜੋ ਕਿ ਫੁੱਲਾਂ ਨਾਲ ਸੰਬੰਧਿਤ ਸੀ ਉਸ ਨੂੰ ਅਸੀਂ ਸਮੂਹ ਕਹਿੰਦੇ ਹਾਂ। ਇਸ ਤੋਂ ਬਾਅਦ ਅਸੀਂ ਆਪਣੇ ਦੂਜੀ ਉਦਾਹਰਣ ਦੇ ਉੱਤੇ ਆਉਂਦੇ ਹਾਂ ਜਿਸ ਦੇ ਵਿੱਚ ਕੁਝ ਪੱਤਿਆਂ ਨੂੰ ਅਸੀਂ ਬ੍ਰੈਕਟਾਂ ਦੇ ਵਿੱਚ ਰੱਖਿਆ ਹੈ। ਤੁਸੀਂ ਦੇਖ ਰਹੇ ਹੋ 6 ਅਲੱਗ-ਅਲੱਗ ਕਿਸਮ ਦੇ ਪੱਤੇ ਬ੍ਰੈਕਟਾਂ ਦੇ ਵਿੱਚ ਪਏ ਹਨ ਜਿਨ੍ਹਾਂ ਨੂੰ ਕੋਮਿਆਂ ਰਾਹੀਂ ਵੱਖਰਾ ਕੀਤਾ ਗਿਆ ਹੈ।
ਅਤੇ ਇਸ ਸੈੱਟ ਦਾ ਨਾਮ, ਇਸ ਸਮੂਹ ਦਾ ਨਾਮ ਅਸੀਂ ਅੰਗਰੇਜ਼ੀ ਵਰਣਮਾਲਾ ਦਾ ਅੱਖਰ L ਦਿੱਤਾ ਹੈ। ਠੀਕ ਹੈ, ਤੇ ਇਹ ਸਾਰੇ ਦੇ ਸਾਰੇ ਮੈਂਬਰ ਇੱਕ ਸ਼੍ਰੇਣੀ ਨੂੰ ਸੰਬੰਧ ਰੱਖਦੇ ਹਨ ਜਿਸ ਨੂੰ ਅਸੀਂ ਪੱਤੇ ਕਹਿੰਦੇ ਹਾਂ। ਠੀਕ ਹੈ, ਤੇ ਇਸ ਦਾ ਅੰਗਰੇਜ਼ੀ ਵਰਣਮਾਲਾ ਦਾ ਅੱਖਰ L ਤੇ ਫੁੱਲਾਂ ਵਾਲੇ ਸਮੂਹ ਦਾ ਨਾਮ F ਸੀ, ਕਿਉਂਕਿ ਅਸੀਂ ਜਾਣਦੇ ਹਾਂ ਕਿ 1 2 3 4 5 6 ਮੈਂਬਰ ਹਨ ਉਰੇ, ਤੇ 6 ਦੇ 6 ਮੈਂਬਰ ਅਲੱਗ-ਅਲੱਗ ਹਨ। ਕੋਈ ਵੀ ਮੈਂਬਰ ਆਪਣੇ ਆਪ ਨੂੰ ਮੁੜ ਉਪਸਥਿਤ ਨਹੀਂ ਕਰ ਰਿਹਾ ਹੈ, ਪਰ ਸਾਰੇ ਦੇ ਸਾਰੇ ਇੱਕੋ ਸ਼੍ਰੇਣੀ ਦੇ ਨਾਲ ਸੰਬੰਧਿਤ ਹਨ। ਇੱਥੇ ਮੈਂ ਫਿਰ ਉਹੀ ਚੀਜ਼ ਦੁਹਰਾਵਾਂਗਾ ਕਿ 2 ਪੱਤਿਆਂ ਦੀ ਥਾਂ ਮੈਂ 2 ਫੁੱਲ ਰੱਖ ਦੇਵਾਂਗਾ, ਤਾਂ ਅਜਿਹਾ ਕਰਨ ਦੀ ਹਾਲਤ ਵਿੱਚ ਇਹਨਾਂ ਬ੍ਰੈਕਟਾਂ ਦੇ ਵਿੱਚ 2 ਸ਼੍ਰੇਣੀਆਂ ਬਣ ਜਾਂਦੀਆਂ ਹਨ, ਇੱਕ ਤਾਂ ਪੱਤਿਆਂ ਦੀ ਤੇ ਇੱਕ ਫੁੱਲਾਂ ਦੀ। ਪਰੰਤੂ ਜਿਹੜੀ ਸਮੂਹ ਦੀ ਪਰਿਭਾਸ਼ਾ ਹੈ ਉਹਦੇ ਮੁਤਾਬਕ ਇੱਕ ਸਮੂਹ ਦੇ ਵਿੱਚ ਸਿਰਫ ਇੱਕ ਹੀ ਸ਼੍ਰੇਣੀ ਹੋਣੀ ਚਾਹੀਦੀ ਹੈ। ਇਸ ਕਰਕੇ ਮੈਨੂੰ ਇਹ ਫੁੱਲ ਉਰੇ ਤੋਂ ਚੱਕ ਕੇ ਦੁਬਾਰਾ ਪੱਤੇ ਹੀ ਰੱਖਣੇ ਪੈਣਗੇ ਤਾਂ ਜੋ ਮੈਂ ਇਸ ਨੂੰ ਸਹੀ ਸਮੂਹ ਕਹਿ ਸਕਾਂ। ਤਾਂ ਸਟੂਡੈਂਟ, ਹੁਣ ਤੁਸੀਂ ਇਸ ਤੋਂ ਸਮਝ ਗਏ ਹੋਵੋਗੇ ਕਿ ਸਮੂਹ ਕੀ ਹੁੰਦਾ ਹੈ, ਸਮੂਹ ਕਿਵੇਂ ਲਿਖਿਆ ਜਾਂਦਾ ਹੈ ਅਤੇ ਸਮੂਹ ਦੇ ਲਈ ਕੀ ਸ਼ਰਤਾਂ ਹੋਣੀਆਂ ਚਾਹੀਦੀਆਂ ਹਨ। ਹੁਣ ਤੁਸੀਂ ਦੇਖੋ, ਮੈਂ ਜੋ ਪੱਤਾ ਅਖੀਰਲਾ ਸੀ ਉਹਨੂੰ ਚੱਕ ਕੇ ਪਹਿਲੇ ਦੇ ਨਾਲ ਦਾ ਪੱਤਾ ਸਮੂਹ ਦੇ ਵਿੱਚ ਰੱਖ ਦਿੱਤਾ ਹੈ। ਅਜਿਹਾ ਕਰਨ ਦੇ ਨਾਲ ਸਮੂਹ ਦੇ ਪੱਤਿਆਂ ਦੇ ਵਿੱਚ ਪਹਿਲੇ ਪੱਤੇ ਦੀ ਉਪਸਥਿਤੀ ਦੁਬਾਰਾ ਹੋ ਗਈ ਸੀ, ਜੋ ਕਿ ਸਹੀ ਨਹੀਂ ਸੀ। ਇਸ ਨੂੰ ਸਹੀ ਕਰਨ ਲਈ ਮੈਨੂੰ ਉਸ ਪੱਤੇ ਨੂੰ ਸਾਫ਼ ਉੱਥੋਂ ਚੱਕਣਾ ਪਿਆ ਤੇ ਸਿਰਫ 5 ਮੈਂਬਰਾਂ ਰਾਹੀਂ ਮੈਂ ਸਮੂਹ ਬਣਾ ਲਿੱਤਾ। ਤੇ ਇਸ ਤਰ੍ਹਾਂ ਅਸੀਂ ਸਮਝ ਚੁੱਕੇ ਹਾਂ ਕਿ ਕੀ ਸਮੂਹ ਹੁੰਦਾ ਹੈ। ਇਸ ਤੋਂ ਬਾਅਦ ਅਸੀਂ ਇਹ ਜੋ ਫੁੱਲ ਹੈ ਮੇਰੇ ਹੱਥ ਵਿੱਚ, ਇਸ ਦੀ ਵਰਤੋਂ ਨਾਲ ਸਮੂਹ ਦੀ ਮੈਂਬਰਸ਼ਿਪ ਦੇ ਬਾਰੇ, ਸਮੂਹ ਦੀ ਸਦੱਸਤਾ ਬਾਰੇ ਸਿੱਖਾਂਗੇ ਕਿ ਕੋਈ ਵੀ ਜੋ ਐਲੀਮੈਂਟ ਹੈ ਉਹ ਸਮੂਹ ਦੇ ਨਾਲ ਸੰਬੰਧ ਰੱਖਦਾ ਹੈ ਜਾਂ ਨਹੀਂ। ਇਸ ਦੇ ਲਈ ਸਾਨੂੰ ਜਿਹੜਾ ਹੱਥ ਵਾਲਾ ਫੁੱਲ ਹੈ ਸਮੂਹ ਦੇ ਹਰ ਇੱਕ ਮੈਂਬਰ ਨਾਲ ਮਿਲਾਉਣਾ ਪਵੇਗਾ। ਤੇ ਮਿਲਾਉਣ ਤੋਂ ਬਾਅਦ ਅਸੀਂ ਦੇਖਿਆ ਕਿ ਜਿਹੜਾ ਮੇਰਾ ਹੱਥ ਵਿੱਚ ਫੁੱਲ ਸੀ ਉਹ ਸਮੂਹ ਦੇ ਪਹਿਲੇ ਮੈਂਬਰ ਨਾਲ ਹੂਬਹੂ ਮੇਲ ਖਾਂਦਾ ਹੈ। ਤਾਂ ਕਿਉਂਕਿ ਇਹ ਮੇਲ ਖਾਂਦਾ ਹੈ, ਇਸ ਕਰਕੇ ਸਮੂਹ ਦੇ ਵਿਚਕਾਰ ਜਿਹੜਾ ਮੈਂਬਰ ਹੈ ਉਸ ਦੇ ਨਾਲ ਇਸ ਦੀ ਸ਼੍ਰੇਣੀ ਮਿਲਦੀ ਹੈ। ਇਸ ਕਰਕੇ ਇਹ ਚਿੱਟਾ ਫੁੱਲ ਸੈੱਟ ਸਮੂਹ F ਦੇ ਨਾਲ ਸੰਬੰਧ ਰੱਖਦਾ ਹੈ ਤੇ ਸੰਬੰਧ ਰੱਖਣ ਨੂੰ ਇੰਗਲਿਸ਼ ਦੇ ਵਿੱਚ ਇਸ ਨਿਸ਼ਾਨ ਦੇ ਰਾਹੀਂ ਦਰਸਾਇਆ ਜਾਂਦਾ ਹੈ, ਜੋ ਕਿ ਮੈਂ ਫੁੱਲ ਅਤੇ F ਦੇ ਵਿਚਕਾਰ ਪਾਇਆ ਹੈ। ਨਾਓ ਹੁਣ ਮੈਂ ਦੇਖਾਂਗਾ ਕਿ ਜੋ ਮੇਰੇ ਹੱਥ ਵਿੱਚ ਫੁੱਲ ਹੈ ਕਿ ਇਹ ਇਸ ਸਮੂਹ F ਦੇ ਨਾਲ ਸੰਬੰਧ ਰੱਖਦਾ ਹੈ ਜਾਂ ਨਹੀਂ। ਇਸ ਲਈ ਮੈਨੂੰ ਇਸ ਫੁੱਲ ਨੂੰ ਸਮੂਹ ਦੇ ਹਰ ਇੱਕ ਮੈਂਬਰ ਨਾਲ ਮਿਲਾਉਣਾ ਪਵੇਗਾ। ਧਿਆਨ ਨਾਲ ਦੇਖੋ ਬੇਟਾ ਇਸ ਫੁੱਲ ਨੂੰ, ਤੇ ਜਦੋਂ ਮੈਂ ਇਸ ਨੂੰ ਪਹਿਲੇ ਨਾਲ ਮਿਲਾਉਣਾ ਹੈ ਤਾਂ ਨਹੀਂ ਮਿਲਦਾ, ਦੂਜੇ ਨਾਲ ਵੀ ਨਹੀਂ ਮਿਲਦਾ, ਤੀਜੇ ਨਾਲ ਵੀ ਨਹੀਂ ਮਿਲਦਾ ਅਤੇ ਚੌਥੇ ਨਾਲ ਵੀ ਨਹੀਂ ਮਿਲਦਾ। ਇਸ ਕਰਕੇ ਇਹ ਸਮੂਹ ਦੇ ਕਿਸੇ ਵੀ ਮੈਂਬਰ ਨਾਲ ਮੇਲ ਨਹੀਂ ਖਾਂਦਾ। ਤਾਂ ਜੋ ਮੈਂ ਇਸ ਨੂੰ ਬਾਹਰ ਰੱਖਦਾ ਹਾਂ, ਪੁਰਾਣੇ ਇਲੀਕੇ ਨਿਸ਼ਾਨ ਦੇ ਉੱਤੇ ਇੱਕ ਟੇਢੀ ਲਾਈਨ ਲਗਾਵਾਂਗਾ ਜੋ ਇਹ ਦਰਸਾਉਂਦੀ ਹੈ ਕਿ ਇਹ ਵਾਲਾ ਫੁੱਲ ਸਮੂਹ ਦੇ ਕਿਸੇ ਵੀ ਮੈਂਬਰ ਨਾਲ ਸੰਬੰਧ ਨਹੀਂ ਰੱਖਦਾ ਹੈ। ਤਾਂ ਇਹ ਨਿਸ਼ਾਨ ਜੋ ਤੁਸੀਂ ਦੇਖ ਰਹੇ ਹੋ ਇਹ ਸੰਬੰਧ ਨਾ ਰੱਖਣ ਦਾ ਨਿਸ਼ਾਨ ਹੈ, ਤੇ ਜਿਹੜਾ ਅਸੀਂ ਪਹਿਲਾਂ ਲਾਇਆ ਸੀ ਉਹ ਸੰਬੰਧ ਰੱਖਣ ਦਾ ਨਿਸ਼ਾਨ ਸੀ। ਤੁਸੀਂ ਉਰੇ ਦੇਖ ਸਕਦੇ ਹੋ ਸਟੂਡੈਂਟਸ ਕਿ ਜੋ ਫੁੱਲ ਬਾਹਰ ਪਿਆ ਹੈ ਉਹ ਸਮੂਹ F ਦੇ ਨਾਲ ਸੰਬੰਧ ਨਹੀਂ ਰੱਖਦਾ ਹੈ। ਇਸ ਤਰ੍ਹਾਂ ਅਸੀਂ ਸਮੂਹ ਦੀ ਮੁੱਢਲੀ ਜਾਣਕਾਰੀ ਨਾਲ ਅਵਗਤ ਹੋ ਚੁੱਕੇ ਹਾਂ। ਨਾਓ ਸਟੂਡੈਂਟ,